ਕਹਿੰਦੇ ਜਬ ਕਛ ਪਾਵੇ ਤਬ ਗਰਭ। ਮੁੜ ਕੇ ਕਹਿਣਗੇ ਕਿਹੜਾ ਬਾਬਾ, ਕਿਹੜਾ ਬੋਲੀ ਸਾਹਿਬ ਹੈਗਾ ਕੋਈ ਉੱਥੇ ਭਾਈ ਸੁਖਦੇਵ ਸਿੰਘ? ਮੈਂ ਤੇ ਜਾਣਦਾ ਨਹੀਂ। ਹਾਂ ਨਹੀਂ ਜਾਣਦਾ ਤੂੰ, ਬਿਲਕੁਲ ਨਹੀਂ ਜਾਣਦਾ। ਅੱਛਾ ਹੋਣਗੇ ਕੋਈ, ਚਲੋ। ਮਹਾਰਾਜ ਕਹਿੰਦੇ ਜਬ ਕਛ ਪਾਵੇ ਤਬ ਗਰਭ ਕਰਤਾ ਹੈ। ਇੰਨਾ ਹੰਕਾਰ ਗਿਆ। ਮਹਾਰਾਜ ਨੇ ਫਿਰ ਇੱਕ ਮਾਰੀ ਖੱਬੇ ਹੱਥ ਦੀ, ਕਹਿੰਦੇ ਮਾਇਆ ਗਈ ਤਬ। ਜਦੋਂ ਫਿਰ ਸਾਰਿਆਂ ਨੇ ਛੱਡਤਾ ਤੇ ਫਿਰ ਡਿੱਗਦਾ ਢਹਿੰਦਾ ਆਇਆ। ਫਿਰ ਤੁਰਿਆ ਜਾਂਦਾ ਨਹੀਂ, ਬੈਠਾ ਜਾਂਦਾ ਨਹੀਂ। ਕਹਿੰਦਾ ਬੌਲੀ ਸਾਹਿਬ ਦਰਸ਼ਨ ਕਰਨੇ ਹੈ। ਤੇ ਬਾਣੀ ਕਹਿੰਦੀ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ। ਕਹਿੰਦੇ ਹੁਣ ਕੀ ਲੈਣ ਆਇਆ, ਹੁਣ ਤੇ ਨਾ ਬੈਠਾ ਜਾਣਾ, ਤੇ ਨਾ ਕੰਨਾਂ ਤੋਂ ਬਾਣੀ ਦੀ ਸਮਝ ਆਉਣੀ ਵੀ ਭਾਈ ਕੀ ਬੋਲਦਾ, ਤੇ ਨਾ ਤੇਰੇ ਤੋਂ ਸੰਗਤ ਨਾਲ ਬੋਲਿਆ ਜਾਣਾ ਮਿਲ ਕੇ ਵਾਹਿਗੁਰੂ। ਤੂੰ ਥੱਕ ਜਾਣਾ, ਸੰਗਤ ਜਵਾਨ ਬੈਠੀ ਹੈ। ਮਾਰੇ ਕਹਿੰਦੇ ਹੁਣ ਟਾਈਮ ਤਾਂ ਤੇਰਾ ਲੰਘ ਗਿਆ, ਚੱਲ ਫਿਰ ਵੀ ਆ ਜਾ। ਗੁਰੂ ਬੜਾ ਦਿਆਲ, ਕਹਿੰਦੇ ਤੋ ਮੈਂ ਆਇਆ ਤੁਮਾਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਰਦੇ ਐ। ਮਹਾਰਾਜ ਕਹਿੰਦੇ ਸਤਿਗੁਰੂ ਤੁਸੀਂ ਕਿੱਲੀ ਰੂਪੀ ਹੋ। ਦੁਨਿਆਵੀ ਪੁੜਾਂ ਦੇ ਵਿੱਚ ਬੰਦਾ ਫਸ ਗਿਆ, ਇਸ ਕਰਕੇ ਮੋਹ ਆਦਿਕ ਜਿਹੜੇ ਹਨ ਇੱਕ ਦੂਜੇ ਨਾਲ ਭਿੜਦੇ। ਮੋਹ ਦੇ ਜਿਹੜੇ ਪੁੜ ਆ, ਦੁੱਖ ਸੁੱਖ ਦੇ, ਲੋਭ ਲਾਲਚ ਦੇ, ਇਹਨਾਂ ਦੇ ਵਿੱਚ ਸਾਰੀ ਦੁਨੀਆ ਪਿਸ ਰਹੀ ਆਟੇ ਵਾਂਗੂ। ਨਹਿ ਰਾਖੈ ਲੱਖ ਦੀਨ। ਕਹਿੰਦੇ ਮੈਂ ਤੇ ਹੌਲੀ ਜੀ ਉਸ ਦਾਣੇ ਵਾਂਗੂ ਜਿਹੜਾ ਕਿੱਲੀ ਦੇ ਲਾਗੇ ਹੋ ਗਿਆ ਤੇ ਪੁੜਾਂ ਤੋਂ ਬਚ ਗਿਆ। ਇਸ ਵੇਲੇ ਧੰਨ ਮੇਰੇ ਗੁਰੂ ਅਰਜਨ ਸਾਹਿਬ ਉਹ ਕਿੱਲੀ ਹੈ। ਗੁਸਤਾਖੀ ਮਾਫ ਉਦਾਹਰਨ ਦਿੱਤੀ ਮੈਂ। ਮਹਾਰਾਜ ਪਰਮੇਸ਼ਰ ਸਰੂਪ ਹੈ, ਪਰ ਉਦਾਹਰਨ ਇੱਥੇ ਚੱਕੀ ਦੀ ਲਈ ਪੁੜਾਂ ਦੀ। ਕਹਿੰਦੇ ਜਿਹੜਾ ਦਾਣਾ ਉਹਦੇ ਨਾਲ ਲੱਗ ਗਿਆ ਕਿੱਲੀ ਦੇ, ਉਹਦਾ ਬਚਾ। ਇਹਨੂੰ ਪੜ੍ਹੋ ਹੁਣ। ਮਾਰੇ ਕਹਿੰਦੇ ਖੁਆਰ ਹੋਏ ਸਭ ਮਿਲਾਂਗੇ ਬਚੇ। ਤੁਸੀਂ ਇਸ ਵੇਲੇ ਸ਼ਰਨ ਵਿੱਚ ਹੈ ਤੇ 25-30 ਪਿੰਡਾਂ ਦੀ ਸੰਗਤ ਹੈ ਸਾਰੀ ਜਿਹੜੀ ਬੈਠੀ ਹੈ। ਕਿਤਿਓਂ 2 ਆਏ, ਕਿਤਿਓਂ 3 ਆਏ, ਕਿਤਿਓਂ 1 ਆਇਆ, ਕਿਤਿਓਂ 5 ਆਏ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦਾਣੇ ਹੈ ਜਿਹੜੇ ਗੁਰੂ ਰੂਪੀ ਕਿੱਲੀ ਦੇ ਕੋਲ ਹੋ ਗਏ। ਨਹੀਂ ਤੇ ਬਾਕੀ ਦੇ ਸਵੇਰ ਤੋਂ ਸ਼ਾਮਾਂ ਤੱਕ ਤੇ ਰਾਤ ਦਿਨੇ ਧੰਦੇ ਹੀ ਨਹੀਂ ਮੁੱਕਦੇ। ਇੱਕ ਦਿਨ ਉਹ ਆਉਂਦਾ ਜਿੱਦਣ ਬੰਦਾ ਮੁੱਕ ਜਾਂਦਾ ਹੈ। ਤੋ ਮਹਾਰਾਜ ਜੀ ਮੈਂ ਤੇਰੇ ਨੇੜੇ ਹੋ ਗਿਆ ਹਾਂ, ਮੈਨੂੰ ਕਿਰਪਾ ਕਰਕੇ ਆਪਣੇ ਨਾਲ ਲਾ ਕੇ ਬਚਾਉਣਾ ਕਰੋ। ਚੌਪਈ ਬਾਲਾ ਕਹਿ ਸੁਣੋ ਸ੍ਰੀ ਅੰਗਦ, ਸ੍ਰੀ ਗੁਰ ਕਥਾ ਦੇਵ ਸੁਖ ਪੰਦਨ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਬਾਲਾ ਤੂੰ ਤੇ ਤੁਰਦਾ ਹੀ ਨਹੀਂ ਅੱਗੇ। ਆਖੋ ਸਤਨਾਮ। ਜਿੱਦਾਂ ਆਪਾਂ ਕਥਾ ਦਾ ਰਾਸ ਆਉਂਦਾ ਨਾ ਤੇ ਕਈ ਸੰਗਤ ਕਹਿੰਦੇ ਬਾਬਾ ਜੀ ਬਾਬਾ ਤੁਰੇ ਜਾਇਆ ਕਰੋ ਵੀ ਅੱਗੇ ਅੱਗੇ ਆਨੰਦ ਆਉਂਦਾ। ਇੱਥੇ ਗੁਰੂ ਅੰਗਦ ਸਾਹਿਬ ਵੀ ਕਹਿੰਦੇ ਭਾਈ ਬਾਲਾ ਤੂੰ ਰੁਕ ਜਾਣਾ, ਬਾਬਾ ਸੁਣਾਈ ਚ ਆਇਆ। ਤੇ ਮਹਾਰਾਜ ਨੂੰ ਵੀ ਰਾਸ ਆਉਂਦਾ ਸੀ। ਪਾਤਸ਼ਾਹ ਕਹਿੰਦੇ ਭਾਈ ਬਾਲਾ ਅੱਗੇ ਵੀ ਤੋਰ ਲਾ। ਭਾਈ ਬਾਲਾ ਕਹਿੰਦੇ ਮਹਾਰਾਜ ਇਹ ਸਵਾਦ ਹੀ ਇੰਨਾ ਕੁ ਖਾਣਾ, ਹੁਣ ਕੀ ਕਰੀਏ। ਆਖੋ ਸਤਨਾਮ। ਜਦੋਂ ਕੋਈ ਚੀਜ਼ ਵਧੀਆ ਬਣੀ ਹੋਵੇ ਉਹਨੂੰ ਚਿੱਥ ਕੇ ਹੌਲੀ ਹੌਲੀ ਛਕਣਾ ਚਾਹੀਦਾ। ਉਹ ਥੋੜ੍ਹਾ ਥੋੜ੍ਹਾ ਚਮਚਾ ਭਰੀਦਾ ਹੋਵੇ, ਕਿਉਂਕਿ ਰਸ ਆ ਰਿਹਾ। ਜਿਹੜੀ ਚੀਜ਼ ਸਵਾਦ ਨਾ ਹੋਵੇ ਉੱਥੇ ਕਾਹਲੀ ਕੀਤੀ ਜਾਂਦੀ। ਤੋ ਇਸ ਕਰਕੇ ਜਿੱਥੇ ਪ੍ਰੇਮ ਆ ਨਾ, ਵੈਸੇ ਤਾਂ ਸਾਰਿਆਂ ਕੰਮਾਂ 'ਚ ਆਪਾਂ ਹੌਲੀ ਰਹਿੰਦੇ ਹਾਂ। ਹਲਵਾਈ ਕੋ ਜਾਂਦੇ ਕਹਿੰਦੇ ਐ ਰੀਝ ਨਾ ਬਣਾ ਦੇ ਮਠਿਆਈ, ਨਾਲੇ ਠੰਡਾ ਠੰਡਾ ਪੀਂਦੇ ਉੱਥੇ ਬਹਿ ਕੇ ਚੰਦੀ ਸਾਹਿਬ ਕੇ। ਆਖੋ ਸਤਨਾਮ। ਤੇ ਫਿਰ ਚਲੇ ਗਏ ਦਵਿੰਦਰ ਵਾਲਿਆਂ ਦੇ ਲਾਗੇ, ਚੰਗੀ ਰੀਝ ਨਾਲ ਕੱਪੜੇ ਕੁੱਪੜੇ ਖਿਲਾਰੇ। 12 ਵਜੇ ਐਂਟਰੀ ਹੋਈ ਉੱਥੇ ਤੇ 3 ਵਜੇ ਨਿਕਲੇ। ਕਦੇ ਨਹੀਂ ਕਾਹਲੀ ਕੀਤੀ। ਸੁਨਿਆਰੇ ਕੋ ਗਏ, ਜਿਉ 2.5-3 ਘੰਟੇ ਛਾਪਾਂ ਛੱਲੇ ਵਹਿੰਦੇ ਰਹੇ। ਤੇ ਫਿਰ ਮੇਕਅਪ ਵਾਲੀ ਦੁਕਾਨ 'ਚ ਵੜ ਗਈ, ਉੱਥੇ ਵੀ ਚੰਗੀ ਰੀਝ ਨਾਲ 2-3 ਘੰਟੇ। ਤੇ ਜਦੋਂ ਇੱਥੇ ਆਉਂਦੇ ਨਾ ਕੋਈ ਵੀ ਗੁਰਦੁਆਰਾ, ਮੈਂ ਤਾਂ ਸਿੰਘ ਸਭਾ ਵੀ ਦੀਵਾਨ ਹੁੰਦੇ ਰਾਤ ਦੇ, ਤੇ ਮੈਂ ਉੱਥੇ ਵੀ ਕਹਿ ਦਿੰਦਾ ਹੁੰਦਾ ਵੀ ਪਤਾ ਨਹੀਂ ਕਿਉਂ ਜਿੱਥੇ ਜਾਂਦਾ ਰੀਝ ਲਾ ਕੇ ਨਿਕਲਦਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਆਉਂਦਾ ਹੀ ਨਾ ਬੜੀ ਛੇਤੀ ਭੱਜਦਾ ਹੀ। ਆਖੋ ਸਤਨਾਮ। ਉਹ ਨਾਲ ਦੇ ਨੂੰ ਕਰੀ ਜਾਊ ਜਾਈਆਂ ਮਾਰ ਕੇ ਉੱਠ ਕੇ ਉਹ ਕਹਿੰਦਾ ਬਹਿ ਜਾਂਦੇ। ਜਿਹੜਾ ਇੱਥੇ ਨਾ ਬੈਠਾ ਬਹੁ ਕਿਤੇ ਥਿਰ ਕਰ ਬਹਿਸੋ। ਇਹ ਘਰ ਇੱਦਾਂ ਦਾ, ਇਹ ਇੱਥੇ ਬਹਿਣਾ ਸਿੱਖ ਲਓ। ਇੱਥੇ ਜਿਹੜਾ ਬਹਿਣਾ ਸਿੱਖ ਗਿਆ ਉਹ ਲੈਣਾ ਵੀ ਸਿੱਖ ਲੈਂਦਾ, ਕਿਉਂਕਿ ਜਿਹੜਾ ਬਹਿ ਗਿਆ ਸੋ ਲੈ ਗਿਆ। ਬਾਬਾ ਅੰਗਦ ਦੇਵ ਜੀ 9 ਸਾਲ ਬੈਠੇ ਤੇ ਤਖਤ ਮਿਲ ਗਿਆ। ਬਾਬਾ ਅਮਰਦਾਸ ਜੀ 12 ਸਾਲ ਬੈਠੇ, ਤਖਤ ਮਿਲ ਗਿਆ। ਗੁਰੂ ਰਾਮਦਾਸ ਜੇਠਾ ਬਣ ਕੇ 21 ਸਾਲ ਬੈਠੇ। ਗੁਰੂ ਪਾਤਸ਼ਾਹ ਨੇ ਆਪਣੀ ਧੀ ਵੀ ਬਖਸ਼ਿਸ਼ ਕਰਤੀ ਤੇ ਤਰਲੋਕੀ ਦਾ ਛਤਰ ਵੀ ਬਖਸ਼ਿਸ਼ ਕਰਤਾ।
ਸਤਿ ਸ੍ਰੀ ਅਕਾਲ। ਇਸ ਕਰਕੇ ਸੰਗਤ ਜੀ, ਤੁਸੀਂ ਆਪਣੇ ਪਿਆਰੇ, ਆਪਾਂ ਸਾਰੇ ਭੈਣ ਭਰਾ, ਤੁਸੀਂ ਵੱਡੇ ਹੋ, ਜਦੋਂ ਵੀ ਮੌਕਾ ਮਿਲੇ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਕੋ ਬੈਠਿਆ ਕਰੋ। ਬੱਚਿਆਂ ਨੂੰ ਬਿਠਾਇਆ ਕਰੋ। ਕੀਰਤਨ ਕਥਾ ਹੋ ਰਿਹਾ, ਉੱਥੋਂ ਭੱਜਿਆ ਨਾ ਕਰੋ, ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਕਾਹੇ ਨਹੀਂ ਹੋਣਾ। ਮਰਦਾਨੇ ਨੇ ਆਖਿਆ ਸੀ ਬਈ, ਕਹਿੰਦੇ ਬਾਬਾ ਆ ਪਈ ਤੇਰੀ ਰਬਾਬ, ਅਸਾਂ ਨੂੰ ਵਿਦਾ ਕਰ ਦੇ, ਅਸਾਂ ਤੁਸਾਂ ਦੀ ਕਾਹੇ ਨਿਭਣੀ ਨਾਹੀਂ, ਤੂੰ ਰਹੇ ਉਜਾੜ ਵਸਦੀ ਜਾਏ ਨਾਹੀਂ। ਮਾਰੇ ਕਹਿੰਦੇ ਵੇ ਮਰਦਾਨਿਆ ਕੀ ਹੋਇਆ ਹੀ? ਇਹਨਾਂ ਬਾਬਾ ਜਿਉਂ ਬਹਿ ਜਾਣਾ 2-2 3-3 ਦਿਨ ਚੌਂਕੜਾ ਨਹੀਂ ਖੋਲਦਾ, ਮੇਰੇ ਤੋਂ ਤੇਰਾ ਸਾਥ ਨਹੀਂ ਦਿੱਤਾ ਜਾਣਾ। ਆ ਰਬਾਬ ਪਈ ਤੇਰੀ ਤੇ ਮੈਨੂੰ ਵਿਦਾ ਕਰ ਦੇ। ਮਹਾਰਾਜ ਕਹਿੰਦੇ ਨਾ ਮਰਦਾਨਿਆ, ਤੂੰ ਮੇਰਾ ਵੀਰ ਹੈ, ਭਲਾ ਰਬਾਬ ਵਜਾਏਂਦਾ ਮਜਲਿਸ ਮਰਦਾਨਾ। ਕਹਿਣ ਵਾਲਿਆਂ ਕਿਹਾ ਹੈਰਾਨ ਹੋ ਕੇ, ਇੱਕ ਹਿੰਦੂ ਤੇ ਮੁਸਲ। ਬੋਲਿਆ ਕਰੋ, ਕਹਿਣ ਵਾਲਿਆਂ ਕਿਹਾ ਇੱਕ ਹਿੰਦੂ ਤੇ ਮੁਸਲ। ਸਮਝਣ ਵਾਲਿਆਂ ਸਮਝ ਕੇ ਆਖ ਦਿੱਤਾ, ਇੱਕ ਗੀਤਾ ਤੇ ਦੂਜਾ। ਵੰਡਣ ਵਾਸਤੇ ਗਿਆਨ ਆ ਭੋਲੀ ਦੁਨੀਆ ਨੂੰ, ਇੱਕ ਅੱਲਾ ਤੇ ਦੂਜਾ। ਭਗਵਾਨ ਜਾਂਦਾ ਓਏ ਜਿੰਨਾ ਛੱਡੇ ਸੰਸਾਰ ਸੀ, ਵਾਹਿਗੁਰੂ ਜਿੰਨਾ ਛੱਡੇ ਪਰਿਵਾਰ ਸੰਸਾਰ ਬਦਲੇ, ਅੱਜ ਉਹਨਾਂ ਦੇ ਪਿੱਛੇ ਆਪਣੇ ਬੱਚੇ ਤੇ ਘਰ ਵਾਲੀ ਨੂੰ ਬਾਬਾ ਜੀ ਛੱਡ ਰਹੇ। ਪ੍ਰਸੰਗ ਉੱਥੇ ਆ, ਇਹ ਆਪਾਂ ਸਾਰੇ ਜੁੜੇ ਹੀ ਬੱਚਿਆਂ ਘਰ ਵਾਲੀ ਨਾਲ। ਬੱਚੇ ਸੈੱਟ ਕਰਦੇ ਕਰਦੇ ਆਪ ਸੈੱਟ ਹੋ ਗਏ। ਮੈਂ ਪਰਸੋਂ ਵੀ ਕਥਾ 'ਚ ਕਿਹਾ ਸੀ ਵੀ ਪੰਛੀ ਚੋਗਾ ਉਹਨਾਂ ਚਿਰ ਬੱਚੇ ਨੂੰ ਦਿੰਦਾ ਜਿੰਨਾ ਚਿਰ ਉੱਡਦਾ ਨਹੀਂ, ਜਦੋਂ ਉੱਡ ਜਾਂਦਾ ਮੁੜ ਕੇ ਬਸ। ਤੇ ਸਾਡੀ ਹਾਲਤ ਇਹ ਆ ਵੀ ਇੱਥੇ ਤੁਸੀਂ ਦਾਦੇ ਦਾਦੀਆਂ ਬੈਠੇ ਆ, ਇੱਥੇ ਜਿੰਨੇ ਵੀ ਦਾਦੇ ਦਾਦੀਆਂ ਆਉਂਦੇ ਨਾ, ਸਭ ਤੋਂ ਵੱਧ ਉਹਨਾਂ ਦੀ ਅਰਦਾਸ ਹੁੰਦੀ ਪੋਤਿਆਂ ਵਾਸਤੇ। ਮੇਰੀ ਪੋਤੀ ਕੈਨੇਡਾ, ਬਾਬਾ ਜੀ ਸਿਰ ਤੇ ਹੱਥ ਰੱਖੋ। ਮੇਰਾ ਪੋਤਾ ਅਮਰੀਕਾ ਦੇ ਵਿੱਚ ਹੈ, ਇਹਨੂੰ ਕਹਿੰਦੇ ਪੰਛੀ ਤੇਰੇ ਤੋਂ ਚੰਗੇ ਆਪਣੇ ਬੱਚੇ ਉਡਾ ਕੇ ਮੁੜ ਕੇ ਉਹਨਾਂ ਨੂੰ ਨਹੀਂ ਪੁੱਛਦੇ। ਕਹਿੰਦੇ ਤੂੰ ਪੋਤਰਿਆਂ ਤੱਕ ਸੈੱਟ ਕਰਨ ਲਈ ਆਪ ਸੈੱਟ ਹੋਇਆ ਪਿਆ। ਇੱਥੇ ਕਈ ਦਾਦੇ ਨਾਨੀਆਂ ਨਾਨੇ ਉੱਚੀ ਉੱਚੀ ਰੋਂਦੇ ਐ, ਬਾਬਾ ਜੀ ਅਰਦਾਸ ਕਰੋ, ਪੋਤੀ ਬਾਹਰ ਹੈ ਤੇ ਫੋਨ ਨਹੀਂ ਆਉਂਦਾ, ਪੋਤਾ ਬਾਹਰ ਹੈ ਉੱਥੇ ਗਲਤ ਕੰਮ 'ਚ ਪੈ ਗਿਆ। ਤੇ ਗੁਰਬਾਣੀ ਕਹਿੰਦੀ ਤੂੰ ਇਹਨਾਂ ਨੂੰ ਸੈੱਟ ਕਰਦਾ ਕਰਦਾ ਆਪ ਸੈੱਟ ਹੋ ਗਿਆ ਏ, ਇਹਨਾਂ ਨੇ ਸੈੱਟ ਨਹੀਂ ਹੋਣਾ, ਇਹ ਰੱਬ ਦੀ ਡਿਊਟੀ ਹੈ। ਤੂੰ ਆਪਣੀ ਸੰਭਾਲ, ਤੈਨੂੰ ਹੋਰ ਨਾ ਕੀ, ਤੂੰ ਗਠੜੀ ਸੰਭਾਲ, ਤੈਨੂੰ ਚੋਰ ਨਾ ਕੀ। ਆਪਣੇ ਬਾਰੇ ਸੋਚ ਤੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ, ਲੱਗਾ ਕੇਤਕ ਫਕੜੇ ਸਭ, ਰੈਣ ਗਵਾਈ ਦਿਵਸ ਗਵਾਇਆ, ਹੀਰੇ ਜੈਸਾ ਜਨਮ ਹੈ। ਇਹ ਮਹਾਂਪੁਰਖ ਪੜ੍ਹਦੇ ਹੁੰਦੇ ਸਨ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਇੱਕ ਦਿਨ ਐਸਾ ਸੋਹਣਾ, ਇੱਕ ਦਿਨ ਐਸਾ ਸੋਹਣਾ, ਇੱਕ ਦਿਨ ਐਸਾ ਸੋਹਣਾ, ਇੱਕ ਦਿਨ ਐਸਾ ਸੋਹਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਇੱਥੇ ਕਿੰਨੀ ਸੰਗਤ ਚਲੇ, ਮੁੜ ਕੇ ਗਰਮੀ ਆ ਗਈ, ਏਸੀ ਫੇਰ ਚੱਲ ਪਏ, ਪਰ ਉਹ ਨਹੀਂ ਆਏ। ਏਸੀ ਬੰਦ ਹੋ ਜਾਣੇ, ਫੇਰ ਸਿਆਲ ਆ ਜਾਣਾ, ਪਰ ਜਿਹੜੇ ਗਏ ਬਾਬਾ ਬੋਲਤੇ ਤੇ ਕਹਾਂ ਗਏ। ਗੁਰੂ ਅੰਗਦ ਸਾਹਿਬ ਕਹਿੰਦੇ ਬਾਲਿਆ ਤੋਰ ਲਾ ਕਥਾ, ਅੱਗੇ ਸੁਣਾ ਦੇ ਕੁਝ। ਹਜੇ ਮੈਂ ਸਾਰੀ ਕਥਾ ਸੁਣਨੀ ਬਾਬੇ ਦੀ। ਇਸ ਬਾਸਲ ਰਾਜਹਿ ਉਦਿਆਨਾ, ਜਿਸ ਦਰਸ਼ਨ ਦੁਖ ਦਾਰਦ ਹਾਨਾ। ਤੇ ਭਾਈ ਬਾਲਾ ਜੀ ਕਹਿੰਦੇ ਸੁਣੋ ਫਿਰ ਗੁਰੂ ਅੰਗਦ ਸਾਹਿਬ ਪਿਤਾ ਜੀ ਕਹਿੰਦੇ ਮਹਾਰਾਜ ਦੀ ਪਤਨੀ ਮਾਤਾ ਸੁਲੱਖਣੀ ਜੀ ਨੂੰ ਲੈ ਗਏ ਸਹੁਰੇ। ਬਾਬਾ ਲਖਮੀ ਦਾਸ ਗੋਦੀ 'ਚ ਸੀ, ਉਹਨੂੰ ਵੀ ਨਾਲ ਹੀ ਲੈ ਗਈ। ਬਾਬਾ ਸ਼੍ਰੀ ਚੰਦ ਜੀ ਹੋਣੀ ਸੁਲਤਾਨਪੁਰ ਬੇਬੇ ਦੇ ਕੋਲ ਰਹਿ ਪਏ।
ਬੇਬੇ ਦੀ ਬਹੁਤ ਕਮਾਈ ਤੇ ਬਾਬਾ ਸ਼੍ਰੀ ਚੰਦ ਦੀ ਵੀ ਬਹੁਤ ਕਮਾਈ। ਬ੍ਰਹਮ ਗਿਆਨੀ ਕੀ ਗਤ ਐਸੇ ਸਾਧੂ ਨੂੰ ਕਮਾਈ ਵਾਲਾ ਹੀ ਪਾਲ ਸਕਦਾ। ਤੋ ਇਸ ਕਰਕੇ ਸਾਧ ਸੰਗਤ ਜੀ ਇਹ ਸੰਜੋਗ ਹੁੰਦੇ ਆ, ਕਮਾਈਆਂ ਵਾਲਿਆਂ ਨੂੰ ਕਮਾਈ ਵਾਲੇ ਮਿਲਦੇ ਆ। ਸਾਧੂ ਨੂੰ ਸਾਧੂ ਚੰਗਾ ਲੱਗਦਾ, ਗੁਰਸਿੱਖ ਨੂੰ ਗੁਰਸਿੱਖ, ਪਾਪੀ ਨੂੰ ਪਾਪੀ। ਹੁਣ ਚਿੱਟੇ ਵਾਲੇ ਨੇ ਚਿੱਟੇ ਵਾਲੇ ਨਾਲ ਯਾਰੀ ਲਾਉਣੀ, ਸ਼ਰਾਬੀ ਨੇ ਸ਼ਰਾਬੀ ਨਾਲ ਲਾਉਣੀ, ਭੰਗੀ ਨੇ ਭੰਗੀ ਨਾਲ, ਆਪੋ ਆਪਣੀ ਚੁਆਇਸ ਹੈ। ਜਿਹਨੂੰ ਇਸ਼ਕ ਹੋ ਗਿਆ ਕਥਾ ਕੀਰਤਨ ਨਾਲ ਉਹਨੇ ਆਪੇ ਹੀ ਆ ਜਾਣਾ। ਭਾਵੇਂ ਹੁਣ ਕਈ ਵਾਰੀ ਵੇਖੀਦਾ ਬਜ਼ੁਰਗ ਸੰਗਤਾਂ ਤੁਰ ਕੇ ਧੁੱਪੇ ਹੀ, ਜੇ ਜੀ ਕੀਤਾ ਕਿਸੇ ਚੜ੍ਹਾ ਲਿਆ, ਤੇ ਕਈ ਕਹਿਣਗੇ ਇਹਨਾਂ ਨੂੰ ਕੀ ਵਕਤ ਪਿਆ, ਇੰਨੀ ਗਰਮੀ ਆ ਤੇ ਤੁਰ ਕੇ ਬੌਲੀ ਸਾਹਿਬ ਠੰਡੇ ਹੋਏ ਚੱਲ ਜਾਣ। ਪਰ ਉਹਨਾਂ ਨੂੰ ਕੀ ਪਤਾ ਸੀਨੇ ਖਿੱਚ ਜਿਨ੍ਹਾਂ ਨੇ ਮਹਾਰਾਜ ਨਾਲ ਪਿਆਰ ਹੋ ਗਿਆ, ਸੱਟਾਂ ਵੀ ਲੱਗੀਆਂ, ਗੱਲਾਂ ਬਾਤਾਂ ਵੀ ਦੁਨੀਆ ਕੀਤੀਆਂ, ਪਰ ਗੁਰੂ ਥੋੜ੍ਹਾ ਛੁੱਟ। ਇਹ ਸੱਚ ਜੇ ਸੰਗਤੇ, ਗੁਰੂ ਕਦੇ ਕਿਸੇ ਦਾ ਵਿਗਾੜਦਾ ਨਹੀਂ, ਗੁਰੂ ਸਵਾਰਦਾ ਹੈ। ਲੋਕ ਸੁਖੀਏ। ਤੋ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ, ਫਿਰ ਮਹਾਰਾਜ ਵੀ ਜੰਗਲ 'ਚ ਬਹਿ ਗਏ, ਸ਼ਹਿਰ ਦੇ ਬਾਹਰ-ਬਾਹਰ ਸੰਘਣੇ ਰੁੱਖਾਂ ਦੇ ਵਿੱਚ। ਤੇ ਜਿਹੜਾ ਵੀ ਪਸ਼ੂ ਪੰਛੀ ਜੀਵ ਮਹਾਰਾਜ ਦੇ ਦਰਸ਼ਨ ਕਰਦਾ ਉਹਦਾ ਭਲਾ ਹੀ ਹੋਈ ਜਾਂਦਾ, ਉਹਦਾ ਭਲਾ ਹੀ ਹੋਈ ਜਾਂਦਾ। ਦਰਸ਼ਨ ਦੇਖ ਪੂਰਨ ਕਹਿੰਦੇ ਪੂਰੇ ਭਾਗ ਹੋਣ ਤੇ ਗੁਰੂ ਕੋਲੇ ਬੰਦਾ ਬਹਿੰਦਾ, ਨਹੀਂ ਤੇ ਇਦਾਂ ਹੀ ਦੁੱਖਾਂ 'ਚ, ਕਦੇ ਹਸਪਤਾਲ, ਕਦੇ ਕਚਹਿਰੀ ਵਿੱਚ, ਕਦੇ ਘਰ ਪਰਿਵਾਰ 'ਚ ਕਲੇ ਕਲੇਸ਼, ਵਿਚਾਰਾ ਰਾਜੀਨਾਮੇ ਕਰਾਉਂਦਾ ਹੀ ਤੁਰ ਜਾਂਦਾ, ਇੱਦਾਂ ਹੀ ਲੰਘ ਜਾਂਦੀ ਹੈ। ਇਸ ਕਰਕੇ ਸ਼ੁਕਰ ਕਰਿਆ ਕਰੋ ਸੰਗਤੇ। ਕਈ ਵਿਚਾਰੇ ਇੱਥੇ ਆਉਂਦੇ, ਮੇਰਾ ਵਾਹ ਪੈਂਦਾ, ਮੈਂ ਤਾਂ ਕਹਿੰਦਾ। ਕਈ ਵਿਚਾਰੇ ਅਰਦਾਸ ਕਰਾਉਂਦੇ 20-20 ਸਾਲ ਹੋ ਗਏ, ਕੇਸ ਚੱਲਣ ਦਾ, ਕਚਹਿਰੀ ਤੋਂ ਖਹਿੜਾ ਨਹੀਂ ਛੁੱਟਣ ਦਿਆ। ਕਈ ਵਿਚਾਰੇ ਆਉਂਦੇ ਆ 25-25 ਸਾਲ ਹੋ ਗਏ, ਹਸਪਤਾਲਾਂ 'ਚ ਘਰ ਧੋਤੇ ਗਏ, ਖਹਿੜਾ ਨਹੀਂ ਦਵਾਈ ਛੱਡਣ ਦੀ। ਕਈਆਂ ਵਿਚਾਰਿਆਂ ਦੇ ਬੱਚਿਆਂ ਦਾ ਕੇਸ ਫਸਿਆ ਪਿਆ, ਉਹ ਅੱਧੀ ਜ਼ਿੰਦਗੀ ਲੰਘ ਗਈ, ਉਹ ਫੈਲ ਗਲਤ ਲੱਗ ਗਈ, ਕੋਈ ਇੱਦਾਂ ਦੇ ਕਾਗਜ਼ ਉਹਨਾਂ ਦੀ ਸੈਟਿੰਗ ਨਹੀਂ ਆਉਂਦੀ, ਉਹ ਰੋਂਦਾ। ਕਈ ਵਿਚਾਰਿਆਂ ਦੇ ਰਿਸ਼ਤੇ ਨਹੀਂ ਹੁੰਦੇ, ਹੁੰਦਾ ਤੇ ਕੋਈ ਭਾਨੀ ਮਾਰ ਦਿੰਦਾ। ਇਸ ਕਰਕੇ ਸ਼ੁਕਰ ਕਰਿਆ ਕਰੋ। ਕਈयों की आहों में गुजर गई, कईयों की राहों में, कईयों की रोते हुए गुजर गई, कईयों की सोते हुए। पहुँचने वाले पहुँच गए मंजिले मकसूद, राह बदलने वालों की ਰਾਹੋਂ में। ਇਹ ਵਾਰ-ਵਾਰ ਨਹੀਂ ਮਿਲਣੀ। ਇਹ ਸ਼ੁਕਰ ਕਰਿਆ ਕਰੋ ਆਪਾਂ ਨੂੰ ਚੰਗੇ ਥਾਵਾਂ। ਕਈ ਵਿਚਾਰਿਆਂ ਦੀ ਤੇ ਸੱਚੀ ਇੱਦਾਂ ਹੀ ਲੰਘ ਗਈ ਜੇ, ਵਿਚਾਰੇ ਸੈੱਟ ਕਰਦੇ ਹੀ ਚਲੇ ਗਏ। ਤੋ ਮਹਾਰਾਜ ਸਾਹਿਬ ਬੈਠੇ ਨੇ, ਇਹ ਜਿਹੜਾ ਵੀ ਜੀਵ ਕਹਿੰਦੇ ਆਉਂਦਾ ਜਿੱਦਾਂ ਤੁਸੀਂ ਆਏ ਇੱਦਾਂ ਦਰਸ਼ਨ ਕਰਦਾ ਤੇ ਜੀ ਨਹੀਂ ਕਰਦਾ ਜਾਣ ਨੂੰ। ਮਹਾਰਾਜ ਸਾਹਿਬ ਦੇ ਕੋਲ ਜਿਹੜੇ ਪਿਆਰ ਕਰਦੇ ਸੀ ਅੱਧੀ ਰਾਤ ਤੱਕ, ਕਿਉਂਕਿ ਮਹਾਰਾਜ ਤੇ ਨੇਤਰ ਬੰਦ ਸੀ, ਚੌਂਕੜਾ ਵੱਜਿਆ ਸੀ, ਜਿੰਨਾ ਜਿਹਦਾ ਜੀ ਕਰਦਾ ਉਹ ਬਹਿੰਦਾ ਸੀ, ਫਿਰ ਚਲਾ ਜਾਂਦਾ। ਅੱਜ ਵੀ ਅਖੰਡ ਪਾਠ ਚੱਲਦਾ, ਮਹਿਸੂਸ ਕਰਿਆ ਕਰੋ ਬਾਬਾ ਨਾਨਕ ਇੱਥੇ ਹੀ ਹੈ। ਹੁਣ ਵੀ ਪ੍ਰਕਾਸ਼ ਮਹਾਰਾਜ ਦਾ ਤਖਤ ਤੇ ਮਹਿਸੂਸ ਕਰੋ ਗੁਰੂ ਸਾਡਾ। ਤੁਹਾਡੀ ਭਾਵਨਾ ਹੈ ਤੁਸੀਂ ਕਿੰਨਾ ਚਿਰ ਇਹਦੇ ਕੋਲ ਬਹਿਣਾ। ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਇਹ ਸਾਰੇ ਰਿਸ਼ਤੇ ਇਹਦੇ ਨਾਲ ਹੈ। ਜਿਸ ਤਰ੍ਹਾਂ ਆਪਾਂ ਵਿਆਹ 'ਚ 15 ਮਿੰਟ ਭਾਬੀ ਕੋ, 15 ਮਿੰਟ ਨਾਨੀ ਕੋ, ਸਾਰਿਆਂ ਕੋ ਬਹੀਦਾ ਨਾ, ਜਿੰਨਾ ਚਿਰ ਜਿਹਦੇ ਨਾਲ ਜਿੰਨਾ ਪਿਆਰ ਆ। ਜਦੋਂ ਇੱਥੇ ਮੱਥਾ ਟੇਕਦੇ ਹੁੰਦੇ, ਵੇਖੋ ਮੇਰਾ ਗੁਰੂ ਅਰਜਨ ਸਾਹਿਬ ਬੈਠਾ, ਮੈਂ ਹੁਣ ਇਹ ਚੀਜ਼ ਡਿਸਾਈਡ ਕਰਨੀ ਹੈ ਕਿ ਮੈਂ ਆਪਣੇ ਪਿਆਰੇ ਕੋ ਕਿੰਨਾ ਸਮਾਂ ਬਿਤਾਉਣਾ। ਹੁਣ ਕਈ ਸੰਗਤਾਂ ਇੱਥੇ 12 ਵਜੇ ਆ ਜਾਂਦੀਆਂ ਬੀਬੀਆਂ, 12 ਵਜੇ ਤੋਂ ਅੰਦਰ ਹਾਜ਼ਰੀ ਸ਼ੁਰੂ ਹੋ ਜਾਂਦੀ, ਮੂਲ ਮੰਤਰ ਸੇਵਾ। ਕੋਈ ਸੰਗਤ 2 ਵਜੇ ਆਉਂਦੀ ਝਾੜੂ, ਕੋਈ 4 ਵਜੇ, ਕੋਈ 5 ਵਜੇ, ਤੇ ਸਭ ਤੋਂ ਲੇਟ ਮੈਂ ਆਉਣਾ ਆਖੋ ਸਤਿਨਾਮ, ਜਿਹੜਾ ਪੂਰੇ ਟਾਈਮ ਤੋਂ ਕਈ ਵਾਰੀ 5 ਮਿੰਟ ਉੱਤੇ ਹੁੰਦੇ ਮੇਰੇ। ਤਾਂ ਫਿਰ ਵੀ ਤੁਸੀਂ ਧੰਨ ਹੋ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਭਗਤ ਜਗਤ ਮਹਿ ਮਦ ਪ੍ਰਗਟਾਵਨ, ਤੂੰ ਮਤ ਕੋ ਪੰਥ ਕੋ ਦੰਭ ਮਿਟਾਵਨ। ਕਹਿੰਦੇ ਗੁਰੂ ਨਾਨਕ ਸਾਹਿਬ ਭੁੱਲਿਆਂ ਨੂੰ ਰਸਤਾ ਵਿਖਾਉਣ ਆਏ ਆ। ਜਿੱਦਾਂ ਕਿਸੇ ਡਿੱਗੇ ਹੋਏ ਨੂੰ ਕਹਿਣਾ ਐ ਨੂੰ ਚੱਲ ਜਾ, ਸਹੀ ਰਸਤਾ। ਹੁਣ ਤੁਸੀਂ ਕਥਾ ਦਾ ਮਤਲਬ ਹੈ ਮਹਾਰਾਜ ਤੁਹਾਨੂੰ ਰਸਤਾ ਪਾਉਂਦਾ। ਜਿੱਦਾਂ ਆਪਾਂ ਕਹਿੰਦੇ ਚੰਗਾ ਏਜੰਟ ਲੱਭ ਜੇ, ਵਧੀਆ ਏਜੰਟ ਲੱਭ ਜੇ ਤੇ ਭਵਿੱਖ ਚਮਕ ਜਾਂਦਾ, ਤੇ ਮਾੜਾ ਮਿਲ ਗਿਆ ਤੇ ਫਿਰ ਕਰਜ਼ੇ ਥੱਲੇ ਦੇ ਜਾਓ। ਇਸੇ ਤਰ੍ਹਾਂ ਇਹ ਦੁਨਿਆਵੀ ਛੱਡੋ ਗੱਲਾਂ, ਬਹੁਤੀਆਂ ਵੱਡੀਆਂ ਨਹੀਂ। ਕੋਈ 4 ਦਿਨ ਗਰੀਬੀ 'ਚ ਮੇਰੀ 'ਚ ਲੰਘੇ, ਕਿਤੇ 50 ਰੁਪਏ ਮੀਟਰ ਵੀ ਪਾਇਆ ਸੀ, ਅੱਜ 1500 ਮੀਟਰ ਪਾ ਕੇ ਵੇਖ ਲੈ, ਸ਼ਕਲ ਤੇ ਉਦਾਂ ਦੀ ਹੈ। ਸੱਚ ਹੈ, ਮੈਂ ਆਪਣੀ ਗੱਲ ਕਰਦਾ ਹੁੰਦਾ ਹੈ। ਕਿਤੇ ਸਾਈਕਲ 700 ਦੇ ਨੂੰ ਤਰਸਦੇ, ਅੱਜ ਉਹ ਗੱਡੀਆਂ ਚਲਾ ਕੇ ਵੇਖੀਆਂ ਜਿਨ੍ਹਾਂ ਦੀ ਦੁਨੀਆ ਤੇ ਸਭ ਤੋਂ ਵੱਡੀ ਕੀਮਤ ਹੈ।
ਮੈਨੂੰ ਤਾਂ ਕੋਈ ਫਰਕ ਪਿਆ ਨਹੀਂ ਹੈ, ਤੁਸੀਂ ਅੱਗੇ ਵੇਖ ਲਓ। ਇਸ ਕਰਕੇ ਸਭ ਤੋਂ ਵੱਡਾ ਸੁੱਖ ਹੈ ਬੰਦੇ ਦਾ ਅੰਦਰ। ਆਪਾਂ ਇਹੋ ਹੀ ਹੋ ਕੇ ਲੈ ਜਿਹਨੇ ਪਤਾ ਨਹੀਂ ਉੱਥੋਂ ਵਾਲੇ ਬੜੇ ਆਨੰਦ ਲੈਂਦੇ ਆ, ਉਹ ਜਿਹੜੇ ਉੱਥੇ ਬੈਠੇ ਆ ਉਹ ਕਹਿਣਗੇ ਕਿਤੇ ਬਾਲੀ ਸਾਹਿਬ ਸਮਾਂ ਹੋਵੇ ਬਈਏ। ਮੈਂ ਕਿਹਾ ਹੁਣ ਨਹੀਂ ਮਿਲਣਾ, ਆਖੋ ਸਤਨਾਮ। ਤੋ ਇਸ ਕਰਕੇ ਪਤਾ ਨਹੀਂ ਕਿੱਦਾਂ ਦਾ ਖੇਡ ਰਚਾਇਆ ਉਹਨੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ, ਥੋੜੇ ਥੋੜੇ ਸਾਰੇ ਹੀ ਦੁਖੀ ਇੱਕ ਸੁਖੀ। ਇਹੋ ਹੀ ਸੁੱਖ ਜੇ ਜਿਹੜਾ ਝੱਟ ਸੰਗਤ ਵਿੱਚ ਲੰਘ ਜਾਂਦਾ। ਤੇ ਉਹ ਕਹਿੰਦੇ ਮਹਾਰਾਜ ਸਾਹਿਬ ਜੀ ਰਸਤਾ ਦਿਖਾ ਰਹੇ ਤੁਹਾਨੂੰ ਵੀ ਇੱਧਰ ਨੂੰ ਆ ਜਾਓ। ਇਹ ਸਿੱਧਾ ਰਸਤਾ ਜਿਹੜਾ ਨਾ, ਹੁਣ ਤੁਸੀਂ ਕਿੰਨੇ ਪਿੰਡਾਂ ਤੋਂ ਆਏ ਤੇ ਸਿੱਧਾ ਰਸਤਾ ਕਿੱਥੇ ਆਇਆ? ਬੌਲੀ ਸਾਹਿਬ। ਤੇ ਬੌਲੀ ਸਾਹਿਬ ਆ ਕੇ ਕਿੱਧਰ ਨੂੰ ਆਏ? ਪਹਿਲਾਂ ਦਿਓੜੀ 'ਚ ਮੱਥਾ ਟੇਕਿਆ, ਫਿਰ ਮਹਾਰਾਜ ਦੇ ਘਰ ਆ ਗਏ, ਫਿਰ ਤੁਸੀਂ ਬੌਲੀ 'ਚ ਪੰਜ ਇਸ਼ਨਾਨਾ ਕੀਤਾ ਤੇ ਫਿਰ ਦਰਬਾਰ 'ਚ ਆ ਗਏ। ਹੁਣ ਦਰਬਾਰ ਦੇ ਵਿੱਚ ਪਰਿਕਰਮਾ ਕੀਤੀ ਤੇ ਕਿਉਂ ਮਿਲਿਆ ਤੁਹਾਨੂੰ? ਗੁਰੂ ਸਾਹਿਬ ਦਾ ਹਿਰਦਾ, ਗੁਰੂ ਗ੍ਰੰਥ ਸਾਹਿਬ ਮਿਲੇ। ਕਥਾ ਹੋ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਬਾਹੋਂ ਫੜ ਕੇ ਉਸ ਦੇਸ਼ ਦਾ ਵੀਜ਼ਾ ਜਿੱਥੇ ਮਿਲਦੇ ਆ ਨਾ, ਲਾਈਨ ਲੱਗੀ ਹੋਈ ਹੈ, ਫਾਈਲਾਂ ਜਮ੍ਹਾਂ ਹੋ ਗਈਆਂ ਆਪਣੀਆਂ। ਉਹਨੇ ਫਿਰ ਉਸ ਦੇਸ਼ ਦਾ ਵੀਜ਼ਾ ਲਾਇਆ ਜਿਹਨੂੰ ਮਹਾਰਾਜ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ। ਕੀੜੀਆਂ ਨੇ ਆਖਿਆ ਕਿਤੇ ਆਪਾਂ ਵੀ ਆਕਾਸ਼ 'ਚ ਉੱਡਦੇ ਹੁੰਦੇ ਤੇ। ਕੀਟਾ ਆਈ ਰੀਸ ਨਾਨਕ ਨਦਰੀ ਕੁੜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਪੌੜੀਆਂ ਨੇ, ਇਹ ਪੌੜੀਆਂ ਤੇ ਜਿਹੜਾ ਚੜ ਗਿਆ ਤੇ ਸਿੱਧਾ ਸੱਚਖੰਡ ਵਸੈ। ਤੇ ਭਾਈ ਬਾਲਾ ਜੀ ਕਹਿੰਦੇ ਬਾਬਾ ਦੁਨੀਆ ਭੜਕ ਗਈ, ਕੋਈ ਬਾਜ਼ਾਰ 'ਚ ਵੜ ਗਿਆ, ਕੋਈ ਵਿਦੇਸ਼ 'ਚ ਵੜ ਗਿਆ, ਕੋਈ ਹਸਪਤਾਲ 'ਚ ਵੜ ਗਿਆ ਵਿਚਾਰਾ, ਕੋਈ ਕਚਹਿਰੀ 'ਚ ਵੜ ਗਿਆ, ਕੋਈ ਧੰਦੇ 'ਚ ਫਸ ਗਿਆ। ਅਸਲੀ ਰਸਤਾ ਕਿਸੇ ਨੂੰ ਲੱਭਾ ਹੀ ਨਹੀਂ। ਇੱਦਾਂ ਹੀ ਲੰਘੀ। ਉਹ ਮਸ਼ੇਰ ਬੋਲਿਆ ਨਾ, ਉਹ ਸਾਰਾ ਬਿਲਕੁਲ ਸੇਮ ਹੈ ਵੀ ਕਈਓ ਕੀ ਆਹੋਂ ਮੇਂ ਕਈਓ ਕੀ ਰਾਹੋਂ ਮੇਂ। ਹੁਣ ਕਈ ਪਰਸੋਂ ਇੱਕ ਬੱਚਾ ਆਇਆ, ਉਹਦੀ ਉਮਰ ਹੋ ਗਈ 42 ਸਾਲ ਤੇ ਉਹ ਕਹਿੰਦੇ ਬਾਬਾ ਜੀ ਹੁਣ ਪੱਕਾ ਹੋ ਕੇ ਆਇਆ ਕੋਈ ਬੱਚੀ ਲੱਭ ਜੇ। ਮੈਂ ਕਿਹਾ ਤੇਰਾ ਭਲਾ ਜੇ 42 ਸਾਲਾਂ ਦਾ ਤੇ ਪਾਪਾ ਹੋ ਗਿਆ ਮੇਰਾ, ਆਖੋ ਸਤਨਾਮ, ਤੇ ਤੂੰ ਅਜੇ ਵਿਆਹ ਕਰਨਾ ਹੀ। ਕਹਿੰਦੇ ਬਾਬਾ ਜੀ ਫਸੇ ਹੀ ਇੱਦਾਂ ਦੇ, ਹੁਣ ਸੈੱਟ ਹੋਏ ਆ, 42 ਸਾਲ ਉਮਰ ਹੋ ਗਈ ਤੇ ਅਜੇ ਵਿਆਹ ਹੋਣਾ ਉਹਦਾ ਹੈ। ਤੇ ਮੈਂ ਫਿਰ ਸ਼ੇਰ ਯਾਦ ਕੀਤਾ, ਮੈਂ ਕਿਹਾ ਵਾਕਿਆ ਕਈਓ ਕੀ ਰਾਹੋਂ ਮੇ ਗੁਜ਼ਰ ਗਈ। ਵੀ ਜਿਹੜੀ ਅਸਲ ਜਵਾਨੀ ਹੁੰਦੀ ਨਾ 18 ਤੋਂ ਲੈ ਕੇ 30 ਸਾਲ ਹੁੰਦੀ ਮੈਰਿਜ ਦੀ ਉਮਰ, ਜੋ ਰੱਬ ਵੱਲੋਂ ਵਿਧੀ ਵਿਧਾਨ ਹੈ। ਤੇ ਵਿਚਾਰਾ ਹੁਣ ਆ ਗਿਆ ਜਦ ਚਿੜੀਆ ਚੁਗ ਗਈ। ਹੁਣ ਤਾਂ ਸਭ ਕੁਝ ਸੁਪਨੇ ਬਰਬਾਦ ਹੋ ਗਏ। ਸੋ ਸਾਧ ਸੰਗਤ ਸਮਾਂ ਹੈ 10 ਬਾਲਤਨ 20 ਰਮਣ 30 ਕਾ ਸੁੰਦਰ ਕਹਾਵੇ। 30 ਦਾ ਸੁੰਦਰ ਬਾਣੀ ਨੇ ਲਿਖਿਆ। ਤੇ ਅੱਗੇ ਤੇ ਮਾਰੇ ਕਹਿੰਦੇ 40 ਪੁਰ ਹੋਏ ਪੱਗ ਖਿਸੈ। 50 ਤੇ ਕਹਿੰਦੇ ਪੱਗ ਵੀ ਖਿਸਕਣ ਲੱਗ ਪੈਂਦੀ, ਟਿੰਡ ਗੱਜੀ ਹੋ ਜਾਂਦੀ ਹੈ, ਐ ਫੜ ਕੇ ਰੱਖੀ ਦੀ, ਵਾਲ ਝੜ ਜਾਂਦੇ ਨਾ 50 ਦੇ। ਪੱਗ ਖਿਸੈ ਕਹਿੰਦੇ 60 ਕੇ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਕੁਝ ਸਹਿਜ ਪਾਠ ਕਰਿਆ ਕਰੋ ਆਪਣੇ ਘਰ। ਇੱਕ ਗੋਰੇ ਦੀ ਬੱਚੀ ਅਮਰੀਕਾ, ਉਹਨੇ 17 ਸਾਲ ਸਟੱਡੀ ਕੀਤੀ। ਇੱਕ ਇੱਕ ਅੱਖਰ ਔਂਕੜ ਦਾ ਕੀ ਮਤਲਬ, ਸਿਹਾਰੀ ਦਾ ਕੀ ਮਤਲਬ, ਇੰਨਾ ਪਿਆਰ ਕਰਦੇ ਗੁਰਬਾਣੀ ਨੂੰ। ਇਹ ਆਪਾਂ ਦੇ ਮੂਲ ਮੰਤਰ ਵੀ ਨਹੀਂ ਪੜ੍ਹਦੇ ਆਉਂਦੇ, ਬਾਬਾ ਜੀ ਅਰਦਾਸ ਕਰੋ ਬਸ ਸਵੇਰੇ ਚੜਾ ਦਿਓ, ਆਖੋ ਸਤਨਾਮ। ਮੈਂ ਕਿਹਾ ਕਿੱਥੇ ਜਾਣਾ ਹੀ ਚੜ ਕੇ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਬੈਠੇ ਨੇ। ਭਾਈ ਬਾਲਾ ਕਹਿੰਦੇ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ। ਜਿਹੜਾ ਵੀ ਆਉਂਦਾ ਹੈ ਆਨੰਦ ਆ ਜਾਂਦਾ, ਮਹਾਰਾਜ ਦੇ ਕੋਲੋਂ ਜੀ ਨਹੀਂ ਕਰਦਾ। ਕੀਰਤ ਨਾਮ ਪ੍ਰਤਾਪ ਵਧਾਨ, ਸ਼ੁਭ ਮਾਰਗ ਨਾਮਨ ਕੋ ਪਾਵਨ। ਕਹਿੰਦੇ ਮਹਾਰਾਜ ਦੁਨੀਆ ਨੂੰ ਸਿੱਧਾ ਰਸਤਾ ਦਿਖਾਉਣ ਆਏ, ਪਰ ਕੋਈ ਸਿੱਧੇ ਪੈਂਦਾ ਨਹੀਂ। ਜਿੱਦਾਂ ਤੁਸੀਂ ਵੇਖਿਆ ਨਾ ਵੀ ਜਿਹੜਾ ਗਧਾ ਹੋਏ, ਗਧੇ ਨੂੰ ਤੁਸੀਂ ਅਗਾਂਹ ਨੂੰ ਖਿੱਚੋਗੇ ਨਾ ਤੇ ਉਹ ਪਛਾਣ ਨੂੰ ਜਾਊਗਾ, ਆਖੋ ਸਤਨਾਮ। ਕੋਈ ਕਹਿੰਦੇ ਖੂਹ 'ਚ ਸੁੱਟਣਾ ਚਾਹੁੰਦਾ ਸੀ ਗਧੇ ਨੂੰ, ਉਹ ਸਿੱਧਾ ਖਿੱਚੇ। ਉਹ ਕਹਿੰਦਾ ਇੱਕ ਬਜ਼ੁਰਗ ਕਹਿੰਦਾ ਪੁੱਤ ਇਸ ਤਰ੍ਹਾਂ ਨਾ ਕਰ, ਇਹਨੂੰ ਦੂਜੇ ਬੰਨੇ ਨੂੰ ਖਿੱਚ, ਨੇ ਆਪੇ ਡਿੱਗ ਪੈਣਾ। ਉਹਨੇ ਫਿਰ ਚਿਹਰਾ ਘੁਮਾਇਆ ਗਧੇ ਦਾ, ਗਾਂਹ ਨੂੰ ਖਿੱਚਿਆ, ਉਹ ਪਛਾਣ ਨੂੰ ਜ਼ੋਰ ਲਾਵੇ, ਉਹ ਢਿੱਲਾ ਛੱਡਦੇ ਛੱਡਦੇ ਚੱਲ ਖੂਹ 'ਚ। ਉਹ ਹਾਲਾਤ ਸਾਡਾ ਗੁਰੂ ਸਾਨੂੰ ਕਹਿੰਦਾ ਪੁੱਤ ਮੈਂ ਤੁਹਾਨੂੰ ਆਪਣੇ ਕੋਲ ਲੈ ਜਾ, ਤੁਹਾਨੂੰ ਉੱਥੇ ਟਿਕਾਣੇ ਬਿਠਾ ਦਾਂ। ਅਸੀਂ ਕਹਿੰਦੇ ਨਾ, ਅਸੀਂ ਨਹੀਂ ਤੇਰੇ ਕੋਲ ਜਾਣਾ, ਸਾਨੂੰ ਤੇ ਮਾਇਆ ਚਾਹੀਦੀ ਹੈ,
ਗੱਡੀਆਂ ਚਾਹੀਦੀਆਂ, ਨਜ਼ਾਰੇ ਚਾਹੀਦੇ, ਹੋਟਲ ਚਾਹੀਦੇ, ਪੈਲਸਾਂ ਚਾਹੀਦੀਆਂ, ਸ਼ਰਾਬਾਂ ਚਾਹੀਦੀਆਂ, ਕਬਾਬਾਂ ਚਾਹੀਦੀਆਂ, ਭੰਗੜੇ ਚਾਹੀਦੇ। ਅਸੀਂ ਸੱਚਖੰਡ ਚੋਂ ਕੀ ਲੈਣਾ, ਉੱਥੇ ਤਾਂ ਨੀਂਦ ਆਉਂਦੀ ਹੀ ਆ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਜਗਤ ਨੂੰ ਤਾਰਨ ਆਏ ਹਨ, ਪਰ ਕੋਈ ਵਿਰਲੇ ਵਿਰਲੇ ਜਿਹੜੇ ਮਹਾਰਾਜ ਦੇ ਬੋਲ ਨੂੰ ਸਮਝਦੇ ਹਨ। ਇਹ ਵਿਦ ਕੀ ਇੱਛਾ ਔਰ ਤਾਰੀ, ਜਪਹਿ ਨਾਮ ਜੇ ਸੰਤ ਮੁਰਾਰੀ। ਮਹਾਰਾਜ ਕਹਿੰਦੇ ਜਿਹਦੇ ਉੱਤੇ ਗੁਰੂ ਪ੍ਰਸੰਨ ਹੁੰਦਾ ਉਹਨੂੰ ਨਾਮ ਜਪਾਉਂਦਾ। ਨਾਮ ਸਭ ਤੋਂ ਵੱਡੀ ਕਿਰਪਾ ਹੈ। ਤੁਹਾਡੇ ਮੁਖ ਚੋਂ ਵਾਹਿਗੁਰੂ ਕਦੋਂ ਨਿਕਲਦਾ, ਉਹ ਸਮਾਂ ਭਲਾ ਹੈ। ਮਾਨਨ ਕੋ ਮਨ ਕੋ ਹਾਨਨ ਮਾਨਾ, ਦੀਨਨ ਕੋ ਤਾਰਨ ਭਗਵਾਨਾ। ਕਹਿੰਦੇ ਘਮੰਡੀਆਂ ਦਾ ਮਾਣ ਤੋੜਨ ਵਾਸਤੇ ਤੇ ਗਰੀਬਾਂ ਨੂੰ ਨਿਵਾਜਣ ਵਾਸਤੇ ਸਮਾਂ ਆਵੇ ਜੋ ਉਸ ਨੂੰ ਆਉਣ ਦੇਣਾ। ਘਰ ਲਾਲੋ ਗਰੀਬ ਦਾ ਢਾਵਣਾ ਨਹੀਂ, ਤੇ ਮਲਕ ਭਾਗੋ ਨੂੰ ਘਰ ਬਣਾਉਣ ਨਹੀਂ ਦੇਣਾ। ਇਹ ਬਾਬੇ ਦਾ ਇਨਕਲਾਬ ਸੀ। ਮਹਾਰਾਜ ਕਹਿੰਦੇ ਗਰੀਬ ਨੂੰ ਡਿੱਗਣ ਨਹੀਂ ਦੇਣਾ ਤੇ ਮਾੜੇ ਨੂੰ ਉੱਠਣ ਨਹੀਂ ਦੇਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਬ ਨਾਨਕ ਬਣ ਕੇ ਆਇਆ। ਦੋਹਰਾ ਜਿਸ ਵੀ ਕਰਨਾ ਤੇ ਮੁਚੈ, ਕਲਕੇ ਕਲਖ ਕਲੇਸ਼। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਉਹ ਅਵਤਾਰੀ ਰੂਹ ਨੇ ਜਿਨ੍ਹਾਂ ਦਾ ਨਾਮ ਕੋਈ ਭੇਜ ਕੇ ਲਵੇ। ਧੰਨ ਸ੍ਰੀ ਗੁਰੂ ਕਹਿੰਦੇ ਉਹਦੇ ਘਰ ਦੇ ਵਿੱਚੋਂ ਕਲੇ ਤੇ ਕਲੇਸ਼ ਮੁੱਕ ਜਾਂਦੇ ਹਨ। ਅਸ਼ਕ ਕਾਲ ਬੀਤਤ ਪਇਓ, ਧਰੇ ਦੇ ਅਸ ਦੇਸ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਮਹਾਰਾਜ ਨੇ ਕੁਝ ਸਮਾਂ ਤਾਂ ਇਕਾਂਤ ਵਿੱਚ ਰਹਿ, ਫਿਰ ਇਹ ਸਰੀਰ ਲੈ ਕੇ ਧਰਤੀ ਤੇ ਰੂਪ ਧਾਰਨ ਕਰਕੇ ਆਏ ਹਨ। ਚੌਪਈ ਸਬਹਿ ਬਿਲੋ ਕੀ ਬਿਦ ਨਰ ਕਾਹੀ, ਭਨੀ ਖਬਰ ਤਲਵੰਡੀ ਤਾਹੀ। ਕਹਿੰਦੇ ਇੱਕ ਮਨੁੱਖ ਉਹਦੀ ਰਿਸ਼ਤੇਦਾਰੀ ਸੀ ਸੁਲਤਾਨਪੁਰ। ਉਹਨੇ ਸਾਰਾ ਹਾਲ ਜਿਹੜਾ ਸੀ ਨਾ ਉਹ ਜਾ ਕੇ ਤਲਵੰਡੀ ਰਾਏ ਭੋਏ ਪਾਕਿਸਤਾਨ ਜੋ ਅੱਜ ਕੱਲ੍ਹ ਉਸ ਧਰਤੀ ਤੇ ਜਾ ਕੇ ਬਾਬੇ ਦੀ ਇਹ ਜਿਹੜੀ ਸਾਰੀ ਗੱਲਬਾਤ ਵੀ ਮਾਤਾ ਜੀ ਚਲੇ ਗਏ, ਇਸ ਤਰ੍ਹਾਂ ਮੋਦੀ ਖਾਨੇ ਦੀ ਨੌਕਰੀ ਗਈ ਚਲੀ, ਸਾਰੀ ਰਿਪੋਰਟ ਜਿਹੜੀ ਹੈ ਨਾ ਉਹ ਇਕੱਠੀ ਕਰਕੇ ਤੇ ਉੱਥੇ ਪਿੰਡ ਵਿੱਚ ਜਾ ਕੇ ਦੱਸਣਾ ਕੀਤੀ। ਸੁਨਹਿ ਪਰਿਵਾਰ ਹੈ ਪਰਿਓ ਕਫਾਰੂ, ਜਨ ਬਨ ਬਣ ਜੈ ਹਨਿਓ ਨਿਹਾਰੂ। ਔਰ ਕਹਿੰਦੇ ਹਨ ਕਿ ਜਦੋਂ ਪਤਾ ਲੱਗਾ ਹੈ ਮਹਿਤਾ ਕਲਿਆਣ ਦਾਸ ਤੇ ਮਾਂ ਤ੍ਰਿਵਤਾ ਜੀ, ਮੇਰੀ ਮਾਂ ਨੂੰ ਪੂਜਨੀਕ ਮਾਤਾ ਗੁਰੂ ਨਾਨਕ ਸਾਹਿਬ ਦੇ, ਕਹਿੰਦੇ ਐਂ ਲੱਗਾ ਜਿਵੇਂ ਬਾਗ ਭਰਿਆ ਭਰਿਆ ਹੀ ਸੜ ਕੇ ਸਵਾਹ। ਕਿਉਂਕਿ ਆਪਾਂ ਸਾਰੇ ਮਾਇਆ ਨਾਲ ਜੁੜੇ ਆ, ਤੇ ਮਾਇਆ ਤੋਂ ਬਿਨਾਂ ਤੇ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਆ, ਕੋਈ ਦੁਕਾਨ ਤੇ ਨਹੀਂ ਚੜ੍ਹਨ ਦਿੰਦਾ ਭਾਊ। ਤੇ ਇਸ ਕਰਕੇ ਕਹਿੰਦੇ ਹਨ ਕਿ ਜਦੋਂ ਪਤਾ ਲੱਗਾ ਨੌਕਰੀ ਚਲੇਗੀ, ਤੇ ਨੌਕਰੀ ਚਲੇਗੀ ਤੇ ਮਗਰ ਘਰ ਵਾਲੀ ਵੀ ਚਲੇਗੀ, ਕਿਉਂਕਿ ਉਹਨੇ ਜਾਣਾ ਹੀ ਵਿਚਾਰੀ ਨੇ। ਇਹ ਤੇ ਮਹਾਰਾਜ ਦੀ ਲੀਲਾ ਸੀ ਨਾ, ਕੈਸੀ ਖੇਡ ਖੇਡਣ ਦਾ। ਤੇ ਇਸ ਕਰਕੇ ਮਹਾਰਾਜ ਕਹਿੰਦੇ ਕੋਈ ਕਿਸੇ ਦੀ ਘਰ ਵਾਲੀ ਨਹੀਂ, ਕੋਈ ਬੱਚਾ ਨਹੀਂ, ਕੋਈ ਜੇਬ 'ਚ ਹੈਗੇ ਤੇ ਫਿਰ ਸਾਰੇ ਹੀ ਆ। ਹਾਂ ਹੁਣ ਤਾਂ ਤੁਹਾਡੇ ਵੀ ਵਿਆਹ ਹੋਏ, ਮਹੀਨੇ ਬਾਅਦ ਅਗਲੇ ਕਹਿੰਦੇ ਸਰਦਾਰ ਜੀ ਫੀਸ ਆਈ ਪਈ ਆ। ਕਿੰਨੀ ਆ? 3500 ਰੁਪਈਆ। ਆ ਦੋਧੀ ਵੀ ਆਇਆ ਸੀ, ਉਹ ਵੀ ਕਹਿੰਦਾ ਸੀ 4200 ਬਣਿਆ। ਤੇ ਨਾਲੇ ਨਾ ਬਿੱਲ ਵਾਲੇ ਵੀ ਆਏ ਸੀ, ਉਹ ਵੀ ਕਹਿੰਦੇ 2500 ਬਣ ਗਿਆ। ਆਪੋ ਸਤਨਾਮ। ਤੇ ਹੋਰ ਕੁਛ ਕਹਿੰਦੇ ਆ ਵਿਆਹ ਆ, ਕੱਪੜੇ ਵੀ ਲੈਣੇ ਆ। ਤੇ ਜੇ ਤੇ ਸਰਦਾਰ ਸਾਹਿਬ ਨੇ ਚੱਕੀ ਗੱਡੀ, ਅਗਲੀ ਸੀਟ ਤੇ ਭੈਣ ਜੀ ਹੋਣੀ ਬਹਿ ਗਏ, ਕੱਢੀ 50000 ਦੀ ਦਿੱਤੀ, ਆ ਲੈ ਬਹੂ ਜੋ ਲੈਣਾ ਲੈ ਲਾ। ਤੇ ਉਹਨੇ ਕਹਿਣਾ ਮੇਰਾ ਪਤੀ ਤੇ ਪਰਮੇਸ਼ਰ ਆ। ਜੇ ਜੇਬ 'ਚ ਨਾ ਕੁਛ ਹੋਇਆ ਤੇ ਫਿਰ ਸਮਝੋ ਕੰਮ ਖਰਾਬ ਆ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਕੈਸੀ ਖੇਡ ਹੈ, ਏਕਾ ਮਾਈ ਜੁਗਤ ਵਿਆਈ। ਤੇ ਮੈਂ ਤੇ 30 ਸਾਲ ਮੇਰੀ ਏਜ ਆ ਸੰਗਤੇ, ਮੈਂ ਇਹਦੇ ਸੱਚ ਵੇਖਿਆ ਕੋਈ ਨਹੀਂ ਕਿਸੇ ਦਾ, ਨਾ ਕੋਈ ਮਾਂ ਨਹੀਂ ਮੈਂ ਕਹਿੰਦਾ, ਕਿਉਂਕਿ ਇੱਕ ਮਾਂ ਹੀ ਰਿਸ਼ਤਾ ਐਸਾ ਦੁਨੀਆ 'ਚ ਕੁਛ ਨਹੀਂ ਚਾਹੁੰਦੀ। ਮਾਂ ਨੂੰ ਹੁੰਦਾ ਮੇਰੇ ਬੱਚੇ ਖੁਸ਼ ਰਹਿਣ। ਜਦੋਂ ਕੀਰਤਨ ਕੀਤਾ ਸੀ ਨਾ ਤਾਨਸੈਨ ਨੇ ਅਕਬਰ ਦੇ ਦਰਬਾਰ 'ਚ, ਤੇ ਅਕਬਰ ਕਹਿੰਦਾ ਵੀ ਇੱਕ ਗੱਲ ਕਰਾਂ ਤੇਰੇ ਨਾਲ। ਕਹਿੰਦਾ ਜੀ ਕਰੋ ਜਾਂ ਆਪਣਾ। ਕਹਿੰਦਾ ਤੂੰ ਕਿੱਡਾ ਸੋਹਣਾ ਹੈ, ਕਿੰਨੇ ਮਿੱਠੇ ਤੇਰੇ ਬੋਲ ਆ, ਕਿੱਦਾਂ ਸੰਗਤਾਂ ਨੂੰ ਤੂੰ ਰਾਗ ਸੁਣਾਇਆ ਏ। ਮੈਂ ਤੇਰੀ ਮਾਂ ਦੇ ਦਰਸ਼ਨ ਕਰ, ਜਿਹਨੇ ਤੈਨੂੰ ਜੰਮਿਆ, ਉਹਨੂੰ ਮੈਂ ਇੱਕ ਵਾਰੀ ਵੇਖਣਾ ਜ਼ਰੂਰ ਹੈ ਤੇਰੀ ਮਾਂ ਨੂੰ। ਤੇ ਉਸ ਵੇਲੇ ਚਿਹਰਾ ਮੁਰਝਾ ਗਿਆ ਤਾਨਸੈਨ ਦਾ। ਕਹਿੰਦੇ ਜੀ ਕੋਈ ਨਹੀਂ ਭਜਨ ਕਰਾਂਗੇ। ਤੇ ਉਸ ਵੇਲੇ ਉਹਨੇ ਜਾ ਕੇ ਆਪਣੀ ਮਾਂ ਨੂੰ ਮੱਥਾ ਟੇਕਿਆ ਤੇ ਮਾਂ ਨੇ ਚਿਹਰਾ ਪੜ ਲਿਆ। ਕਹਿੰਦੀ ਵੇ ਪੁੱਤ ਅੱਜ ਕੀ ਗੱਲ ਆ? ਕਹਿੰਦੇ ਨਾ ਸੱਚ ਕਿਹਾ, ਕਹਿੰਦੇ ਮੇਰੀ ਘਰ ਵਾਲੀ ਨੇ ਡਬਲ MA ਕੀਤੀ ਹੈ।
ਪਰ ਮੇਰੀ ਮਾਂ ਨੂੰ ਇੱਕ ਦਿਨ ਵੀ ਸਕੂਲੇ ਨਹੀਂ ਗਈ। ਪਰ ਉਹ ਜਿਹੜੀ ਡਬਲ MA ਵਾਲੀ ਘਰ ਵਾਲੀ ਆ, ਉਹਨੂੰ ਕਦੇ ਚਿਹਰਾ ਪੜ੍ਹਨਾ ਨਹੀਂ ਆਉਂਦਾ। ਚਿੱਟੀ ਨ ਪੜ੍ਹ ਮਾਂ ਏ, ਉਹ ਅੰਦਰ ਐਂਟਰੀ ਕਰਦਿਆਂ ਕਹਿੰਦੀ ਅੱਜ ਤੇਰਾ ਬੂਥਾ ਕਿਦਾਂ ਵਿਗੜਿਆ ਵੇ। ਏਦਾਂ ਹੀ ਬੋਲਦੇ ਨਾ ਮਾਪੇ, ਆ ਤੇਰੀ ਸ਼ਕਲ ਤੇ 12 ਵੱਜ ਗਿਆ, ਉਰੇ ਆ ਗੱਲਬਾਤ ਦੱਸ, ਘਰੇ ਸੁੱਖ ਸਾਂਦ ਹੈ। ਉਹ ਕਹਿੰਦਾ ਹੈਰਾਨੀ ਦੀ ਗੱਲ ਮਾਂ, ਤੂੰ ਚਿੱਟੀ ਨ ਪੜ੍ਹ ਐ, ਤੂੰ ਮੈਨੂੰ ਚਿਹਰਾ ਕਿੱਦਾਂ ਪੜ੍ਹ ਲੈਂਦੀ ਆ। ਕਹਿੰਦੀ ਤੂੰ ਮੇਰੀਆਂ ਅੰਦਰਾਂ ਹੈ। ਮੈਂ ਉਦਣ ਵੀ ਕਿਹਾ ਸੀ 10 ਕੁ ਦਿਨ ਪਹਿਲਾਂ ਵੀ, ਇੱਟ ਕਿੰਨੇ ਕੁ ਕਿਲੋ ਦੀ ਹੁੰਦੀ ਆ? ਹਾਂਜੀ, ਇੱਕ ਇੱਟ ਆਪਣੇ ਢਿੱਡ ਤੇ ਬੰਨ ਕੇ ਤੇ ਸੁਲਤਾਨਪੁਰ ਦਾ ਗੇੜਾ ਕੱਢ ਕੇ ਘਰੇ ਆਇਓ, ਤੁਹਾਨੂੰ ਪਤਾ ਲੱਗੂ ਮਾਂ ਕੀ ਹੁੰਦੀ। ਆਪਣੇ ਪੇਟ ਨਾਲ ਨਾ ਇੱਕ ਇੱਟ ਬੰਨ ਕੇ ਤੇ ਇੱਥੇ 7 ਕਿਲੋਮੀਟਰ ਆ ਬਸ, ਤੇ ਘਰੇ ਆ ਜਾਓ ਤੇ ਬਾਕੀ ਆਪੇ ਪਤਾ ਲੱਗ ਜਾਊ ਵੀ ਮਾਂ ਕੀ ਆ। ਸਿਰਫ 25 ਮਿੰਟ ਆਪਾਂ ਇੱਟ ਬੰਨਣੀ ਹੈ, ਤੇ ਜੇ ਡੇਲੇ ਬਾਹਰ ਨਾ ਆ ਗਏ ਤਾਂ ਤੁਹਾਨੂੰ ਮੇਰੀ ਮਾਂ ਜਿਹੜੀ 9 ਮਹੀਨੇ ਮੈਨੂੰ ਚੱਕੀ ਫਿਰਦੀ ਰਹੀ। ਅੱਜ ਮੂਰਖ ਬੰਦੇ ਜਿਹੜੇ ਮਾਂ ਦੇ ਚਪੇੜ ਮਾਰ ਕੇ ਮੂੰਹ ਤੇ ਕਹਿੰਦੇ ਮੈਨੂੰ ਹਿੱਸਾ ਨਹੀਂ ਦਿੱਤਾ। ਉਹ ਨਕਮਿਆ, ਤੈਨੂੰ ਦੁਨੀਆ ਵਿਖਾਈ ਹੈ, ਤੈਨੂੰ ਜਨਮ ਦਿੱਤਾ। ਮਾਂ ਨੂੰ ਕਦੇ ਨਾ ਕਹੋ ਮੈਂ ਆਪਣੀ 30 ਸਾਲ ਦੀ ਉਮਰ 'ਚ ਵੇਖਿਆ ਏ ਦੁਨੀਆ ਤੇ ਕੋਈ ਰਿਸ਼ਤਾ ਜੇ ਜਾਂ ਤੇ ਗੁਰਬਾਣੀ ਹੈ ਤੇ ਜਾਂ ਮਾਂ ਏ। ਬਾਕੀ ਸਭ ਬਾਪੂ ਕੀ ਬੇਬੇ ਬੱਚੇ ਤਾਂ ਸਭ ਨਕੰਮੇ ਬਟੂਏ ਵੱਲ ਵੇਂਦੇ। ਜੇ ਤੇ ਹੈਗੇ 4 ਤੇ ਠੀਕ ਆ, ਨਹੀਂ ਤੇ ਕੋਈ ਨਹੀਂ ਪੁੱਛਦਾ ਭਰਾਵਾ। ਚੱਲਦੀ ਦਾ ਨਾ, ਜੇ ਚੱਲਦੀ ਹੈ ਤੇ ਸਾਰੇ ਬੈਠੇ, ਖਰਾਬ ਹੋ ਜੇ ਪਿਛਲੀ ਬੱਸ 'ਚ ਚੜ ਜਾਂਦੀ, ਉੱਥੇ ਹੀ ਖੜੀ ਰਹਿ ਜਾਂਦੀ। ਆਹ ਕੰਮ ਅੱਜ ਕੱਲ੍ਹ ਹੈ। ਬਾਬੇ ਨਾਨਕ ਨੇ ਪਿਆਰ ਸਿਖਾਇਆ, ਮਾਰੇ ਛੱਡ ਗਏ ਜੀਵਨ। ਗ੍ਰਸਤੀ ਨੌਕਰੀ ਛੱਡਤੀ, ਜਦੋਂ ਪੈਸੇ ਆਉਣ ਵੱਢ ਗਏ ਤੇ ਮਾਤਾ ਜੀ ਨੂੰ ਵੀ ਸਹੁਰੇ ਲੈ ਗਏ। ਤੇ ਇਹ ਖਬਰ ਜਦੋਂ ਮਹਿਤਾ ਕਲਿਆਣ ਦਾਸ ਦੇ ਘਰ ਪੁੱਜੀ ਤੇ ਉੱਥੇ ਫਿਰ ਕੀ ਹੋਇਆ? ਕਹਿੰਦੇ ਜਿਵੇਂ ਬਾਗ ਦੇ ਵਿੱਚ ਪਤਝੜ ਆ ਜਾਂਦੀ ਹੈ। ਸੋ ਪਈ ਕਾਲੂ ਬੋਲ ਭਇਓ ਮਰਦਾਨਾ, ਅਦਕ ਸ਼ੋਕ ਸੋ ਬਚਨ ਬਖਾਨਾ। ਕਹਿੰਦੇ ਇੰਨੇ ਕੁ ਪਰੇਸ਼ਾਨ ਹੋ ਗਏ ਮਹਿਤਾ ਕਲਿਆਣ ਦਾਸ, ਕਹਿੰਦੇ ਜਾਓ ਭਾਈ ਮਰਦਾਨਾ ਨੂੰ ਲਿਆਓ, ਮੈਂ ਥੋੜਾ ਜਿਹਾ ਕੰਮ 'ਚ ਬੀਜੀ ਆ, ਭਾਈ ਮਰਦਾਨੇ ਨੂੰ ਭੇਜਦੇ ਆ। ਵੀ ਸੱਚ ਆ? ਇਹ ਨਹੀਂ ਪਤਾ ਵੀ ਮਰਦਾਨੇ ਨੂੰ ਭੇਜਣਾ ਤੇ ਮਰਦਾਨੇ ਨੇ ਉੱਥੇ ਹੀ ਰਹਿ ਜਾਣਾ। ਆਖੋ ਸਤਨਾਮ। ਹਾਂਜੀ, ਜਾਓ ਅਬਹਿ ਤੂੰ ਪੁਰ ਸੁਲਤਾਨਾ, ਬਿਨ ਬਿਲਾਂਦ ਨਿਜ ਕਰੋ ਪਿਆਨਾ। ਭਾਈ ਮਰਦਾਨਾ ਜੀ ਆ ਗਏ, ਕਹਿੰਦੇ ਜਜਮਾਨ ਸਤ ਕਰਤਾਰ, ਕਹਿੰਦੇ ਜਾ ਤੇਰਾ ਵੀਰ ਵਿਗੜ ਗਿਆ। ਕਿਉਂਕਿ ਜਿਹਦੇ ਨਾਲ ਜਿਹਦਾ ਪਿਆਰ ਹੋਵੇ ਆਪਾਂ ਉਹਦੀ ਸਿਫਾਰਿਸ਼ ਕਰੀ ਦੀ ਵੀ ਤੇਰੇ ਨਾਲ ਵਾਹਵਾ ਪਿਆਰ ਆ ਤੇ ਤੂੰ ਇਹ ਕਾਰਜ ਕਰ। ਆਖੋ ਸਤਨਾਮ। ਭਰੋਸਾ ਹੁੰਦਾ ਕਿਸੇ ਤੇ। ਤੋ ਭਾਈ ਮਰਦਾਨੇ ਨੂੰ ਇਹ ਸੇਵਾ ਲਾਈ ਵੀ ਜਾ ਸੁਲਤਾਨਪੁਰ ਜਾ ਕੇ ਆਪਣੇ ਵੀਰ ਨਾਨਕ ਦਾ ਹਾਲ ਵੇਖ। ਉਹਦਾ ਤਾਂ ਘਰ ਵੀ ਉਜੜ ਗਿਆ। ਇਹ ਨਹੀਂ ਸੀ ਪਤਾ ਜਿਹੜਾ ਦੁਨੀਆ ਦੇ ਘਰ ਵਸਾਉਣ ਆਇਆ ਉਹਦਾ ਘਰ ਨਹੀਂ ਉਜੜ ਸਕਦਾ। ਉਹਨੂੰ ਕੀ ਪਤਾ ਸੀ ਵੀ ਮਰਦਾਨੇ ਨੂੰ ਭੇਜਣਾ ਤੇ ਮਰਦਾਨੇ ਨੇ ਵੀ ਨਹੀਂ ਵਾਪਸ ਆਉਣਾ, ਕਿਉਂਕਿ ਅੱਗੇ ਪ੍ਰਸੰਗ ਆ ਜਾਣਾ ਰਬਾਬ ਵਾਲਾ। ਬੜੀ ਪਿਆਰੀਆਂ ਕਥਾ ਮਹਾਰਾਜ ਦੀਆਂ ਤੁਸੀਂ ਰੋਜ਼ ਆਉਣੇ। ਮਰਦਾਨੇ ਨੇ ਆਉਣਾ ਹੈ ਬਾਬੇ ਨੂੰ ਸਮਝਾਉਣ, ਪਰ ਬਾਬੇ ਨੇ ਉਹਨੂੰ ਵੀ ਆਪਣੇ ਵਰਗਾ ਹੀ ਬਣਾ ਲੈਣਾ। ਦੁਨੀਆ ਤਾਰਨ ਆਇਆ ਜੀ ਆਇਆ, ਨਾਨਕੀ ਦਾ ਵੀਰ ਦੁਨੀਆ ਤਾਰਨ ਆਇਆ ਜੀ, ਨਾਨਕੀ ਦਾ ਵੀਰ ਦੁਨੀਆ ਤਾਰਨ। ਨਾਨਕੀ ਦਾ ਵੀਰ ਆਇਆ ਜੀ ਆਇਆ, ਨਾਨਕੀ ਦਾ ਵੀਰ ਦੁਨੀਆ ਤਾਰਨ। 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 ਸਾਥੀ ਦੋ ਨੇ ਪਿਆਰੇ ਉਹਦੇ ਬਾਲਾ ਮਰਦਾਨਾ, ਸਾਥੀ ਦੋ ਨੇ ਪਿਆਰੇ ਉਹਦੇ ਬਾਲਾ ਮਰਦਾਨਾ। ਸਾਥੀ ਦੋ ਨੇ ਪਿਆਰੇ ਉਹਦੇ ਬਾਲਾ ਮਰਦਾਨਾ। ਸਾਥੀ ਦੋ ਨੇ ਪਿਆਰੇ ਉਹਦੇ ਬਾਲਾ ਮਰਦਾਨਾ। ਰੱਬ ਨਾਲ ਉਹਦੇ ਬੈਠਾ ਉਹਦਾ ਕਰੇ ਸ਼ੁਕਰਾਨਾ। ਰੱਬ ਨਾਲ ਉਹਦੇ ਬੈਠਾ ਉਹਦਾ ਕਰੇ ਸ਼ੁਕਰਾਨਾ। ਰੱਬ ਨਾਲ ਉਹਦੇ ਬੈਠਾ
ਸ਼ੁਕਰਾਨਾ ਰੱਬ ਨਾਲ ਉਹਦੇ ਬੈਠਾ ਉਹਦਾ ਕਰੇ ਸ਼ੁਕਰਾਨਾ ਗਾਉਂਦੇ ਖੁਦਾ ਵਾਲੇ ਗੀਤ ਦੁਨੀਆ ਤਾਰਨ ਆਇਆ ਜੀ ਆਇਆ ਨਾਨਕੀ ਦਾ ਵੀਰ ਦੁਨੀਆ ਤਾਰਨ ਆਇਆ ਜੀ ਆਇਆ ਨਾਨਕੀ ਦਾ ਵੀਰ ਦੁਨੀਆ ਤਾਰਨ ਆਇਆ ਜੀ ਆਇਆ ਨਾਨਕੀ ਦਾ ਵੀਰ ਦੁਨੀਆ ਤਾਰਨ ਆਇਆ ਆਇਆ ਜੀ ਨਾਨਕੀ ਦਾ ਵੀਰ ਸਤਿਗੁਰੂ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਇਹ ਇਦਾਂ ਦਾ ਪਿਆਰ ਹੈ ਤੇ ਜੀ ਨਹੀਂ ਕਰਨਾ ਟਰਮ ਘੜੀਆਂ ਜਵਾਬ ਦੇ ਜਾਂਦੀਆਂ। ਇੱਕ ਸਿੰਘ ਕਹਿੰਦਾ ਬਾਬਾ ਜੀ ਤੁਸੀਂ ਘੜੀ ਵੱਲ ਨਹੀਂ ਵੇਂਦੇ। ਮੈਂ ਕਿਹਾ ਮੈਂ ਵੇਖਣਾ ਵੀ ਨਹੀਂ ਕਿਉਂਕਿ ਇਹ ਘੜੀ ਬੰਦੇ ਦੀ ਬਣਾਈ ਹੈ ਤੇ ਕਥਾ ਕਿਹਦੀ ਹੁੰਦੀ ਆ? ਰੱਬ ਦੀ। ਰੱਬ ਦਾ ਘੜੀਆਂ ਨਾਲ ਕੋਈ ਮੇਲ ਨਹੀਂ। ਇਹ ਬੰਦੇ ਦੀ ਕਾਢ ਹੈ। ਇਹ ਟਾਈਮ ਵਿੱਚ ਵੱਜੀ ਹੈ। ਰੱਬ ਟਾਈਮ ਤੋਂ ਬਾਹਰ ਹੈ। ਉਹਨੂੰ ਤਾਈਓ ਤਾਂ ਬਾਣੀ ਕਹਿੰਦੀ ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ। ਬੜੇ ਬੜੇ ਮਹਾਂਪੁਰਖ ਰਿਖੀ ਮੁਨੀ ਉਹਦਾ ਅੰਤ ਨਹੀਂ ਪਾ ਸਕੇ। ਘੜੀ ਲੱਭ ਲੂਗੀ। ਕਈ ਕਹਿਣਗੇ ਬਾਬਾ ਜੀ 2 ਘੰਟੇ ਦਾ ਸੁਖਮਨੀ ਸਾਹਿਬ। ਮੈਂ ਕਿਹਾ ਮੈਂ 4 ਘੰਟਿਆਂ 'ਚ ਪੜੂੰ ਬਵੇਂਗਾ ਲਾਗੇ। ਤੋ ਇਸ ਕਰਕੇ ਆਪਾਂ 48 ਘੰਟੇ ਕਹਿੰਦੇ ਤੀਜੇ ਦਿਨ ਭੋਗ ਪੈਂਦਾ ਨਾ। ਜੇ ਅਸਲ ਵਿੱਚ ਵੇਖੀਏ ਤੇ ਗੁਰਬਾਣੀ ਤੇ ਉਹ ਬਖਸ਼ਿਸ਼ ਹੈ ਤੁਸੀਂ 7 ਦਿਨ ਵੀ ਪਾਠ ਕਰੀ ਜਾਓ ਤਾਂ ਵੀ ਨਹੀਂ ਭੋਗ। ਇਹਦਾ ਟਾਈਮ ਟੇਬਲ ਨਹੀਂ। ਇਹ ਅਥਾਹ ਇਹ ਬੇਅੰਤ ਹੈ। ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਲੱਗਦਾ। ਬਸ ਨੂਰ ਹੀ ਨੂਰ ਹੈ, ਨੂਰ ਹੀ ਨੂਰ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।